ਹੈਲੋ एवरीवन, ਅੱਜ ਆਪਾਂ ਕਰਾਂਗੇ ਇੰਪੋਰਟੈਂਟ ਆਰਟੀਕਲਸ ਜਿਹੜੇ ਕਿ ਐਗਜ਼ਾਮ ਵਿੱਚ ਆ ਸਕਦੇ ਆ। ਇਹਦੀ PDF ਮੇਰੇ ਟੈਲੀਗ੍ਰਾਮ ਚੈਨਲ 'ਤੇ ਮਿਲ ਜੂਗੀ, ਉਹ ਮੈਂ ਕਮੈਂਟਸ ਵਿੱਚ ਜਾ ਕੇ ਲਿੰਕ ਪਿਨ ਕਰ ਦੂੰਗੀ। ਠੀਕ ਹੈ, ਹੁਣ ਆਰਟੀਕਲ 52 ਦ ਪ੍ਰੈਜ਼ੀਡੈਂਟ ਆਫ ਇੰਡੀਆ ਆ ਜਿਹੜੇ ਮੈਂ ਹਾਈਲਾਈਟ ਕੀਤੇ ਹੈਗੇ ਆ ਨਾ, ਇਹ ਆਏ ਹੈਗੇ ਆ ਅਤੇ ਆਪਾਂ ਇਹਨਾਂ ਨੂੰ ਹੀ ਪੜ੍ਹਨਾ ਹੈਗਾ ਵਾ ਚੰਗੀ ਤਰ੍ਹਾਂ। ਠੀਕ ਹੈ, ਆਰਟੀਕਲ 52 ਦ ਪ੍ਰੈਜ਼ੀਡੈਂਟ ਆਫ ਇੰਡੀਆ ਬਾਰੇ ਦੱਸਿਆ ਇਹਦੇ ਵਿੱਚ। 61 ਪ੍ਰੋਸੀਜਰ ਫॉर ਇੰਪੀਚਮੈਂਟ ਆਫ ਦਾ ਪ੍ਰੈਜ਼ੀਡੈਂਟ। 63 ਤੋਂ ਬਾਅਦ ਵਾਈਸ ਪ੍ਰੈਜ਼ੀਡੈਂਟ ਦੀ ਗੱਲ ਕਰਦੇ ਹੈਗੇ ਆ। ਅਤੇ 72 ਪਾਵਰ ਆਫ ਪ੍ਰੈਜ਼ੀਡੈਂਟ ਟੂ ਗ੍ਰਾਂਟ ਪਾਰਡਨਸ ਐਂਡ ਟੂ ਸਸਪੈਂਡ ਰੈਮਿਟ ਔਰ ਕਮਿਊਟ ਸੈਂਟੈਂਸਿਸ ਇਨ ਸਰਟਨ ਕੇਸਿਸ। ਇਹਦੇ ਵਿੱਚ ਬਸ ਇਹੋ ਚਿੱਤ ਰੱਖਣਾ ਵਾ, ਇੱਥੇ ਪ੍ਰੈਜ਼ੀਡੈਂਟ ਦੀ ਪਾਰਡਨ ਪਾਵਰ ਦੀ ਗੱਲ ਕੀਤੀ ਗਈ ਹੈਗੀ ਆ, ਇਹ ਬੜੀ ਵਾਰ ਆ ਗਿਆ ਹੈ। ਉਸ ਤੋਂ ਬਾਅਦ 35th ਅਮੈਂਡਮੈਂਟ ਐਕਟ, ਇਹਦੇ ਵਿੱਚ ਕੀ ਹੀ, ਇਟ ਟਰਮੀਨੇਟਡ ਦਾ ਪ੍ਰੋਟੈਕਟੋਰੇਟ ਸਟੇਟਸ ਆਫ ਸਿੱਕਿਮ ਐਂਡ ਕਨਫਰਡ ਦਾ ਸਟੇਟਸ ਆਫ ਐਨ ਐਸੋਸੀਏਟ ਸਟੇਟ ਆਫ ਦਾ ਇੰਡੀਅਨ ਯੂਨੀਅਨ। ਇਹਨੂੰ ਚੇਤਾ ਰੱਖਣਾ ਹੈਗਾ ਵਾ, ਇਹ ਵੀ ਮਤਲਬ ਕਿ ਆਇਆ ਹੈਗਾ ਵਾ। ਉਸ ਤੋਂ ਬਾਅਦ ਆਰਟੀਕਲ 148 ਡਿਊਟੀਜ਼ ਐਂਡ ਪਾਵਰ ਆਫ ਦਾ ਕੰਪਟਰੋਲਰ ਐਂਡ ਆਡੀਟਰ ਜਨਰਲ। ਇੱਥੇ ਡਿਊਟੀਜ਼ ਦੀ ਗੱਲ ਕੀਤੀ 149 ਵਿੱਚ, ਅਤੇ 148 ਵਿੱਚ CAG ਬਾਰੇ ਮਤਲਬ ਕਿ ਇਨਫੋਰਮੇਸ਼ਨ ਦਿੱਤੀ ਹੈਗੀ ਆ। ਅਤੇ ਉਸ ਤੋਂ ਬਾਅਦ ਆਰਟੀਕਲ 74 ਕਾਊਂਸਿਲ ਆਫ ਮਿਨਿਸਟਰਸ ਟੂ ਏਡ ਐਂਡ ਐਡਵਾਈਸ ਪ੍ਰੈਜ਼ੀਡੈਂਟ ਦੀ ਗੱਲ ਕਰਦਾ ਹੈ। 76 ਅਟੋਰਨੀ ਜਨਰਲ ਆਫ ਇੰਡੀਆ, ਇਹ ਤਾਂ ਪਤਾ ਨਹੀਂ ਕਿੰਨੀ ਕੁ ਵਾਰ ਆ ਚੁੱਕਿਆ ਨਾ। 79 ਕੌਂਸਟੀਟਿਊਸ਼ਨ ਆਫ ਪਾਰਲੀਮੈਂਟ ਦੀ ਗੱਲ ਕਰਦਾ। ਅਤੇ ਆਰਟੀਕਲ 80 ਇਹ ਕਰਦਾ ਕੰਪੋਜੀਸ਼ਨ ਆਫ ਦਾ ਕੌਂਸਿਲ ਆਫ ਸਟੇਟਸ, ਮਤਲਬ ਰਾਜ ਸਭਾ। 250 ਸੀਟਸ ਹੁੰਦੀਆਂ ਵਾ, ਕਰੰਟ 245 ਆ, 233 ਸਟੇਟਸ ਦੀਆਂ, ਅਤੇ ਜਿਹੜੀਆਂ 12 ਪ੍ਰੈਜ਼ੀਡੈਂਟ ਨੋਮੀਨੇਟ ਕਰਦਾ ਹੈਗਾ। ਠੀਕ ਹੈ, ਕੰਪੋਜੀਸ਼ਨ ਆਫ ਹਾਊਸ ਆਫ ਦਾ ਪੀਪਲ ਲੋਕ ਸਭਾ 550 ਸੀਟਸ ਹੁੰਦੀਆਂ ਨੇ। ਠੀਕ ਹੈ, ਆਰਟੀਕਲ 51 ਪ੍ਰਮੋਸ਼ਨ ਆਫ ਇੰਟਰਨੈਸ਼ਨਲ ਪੀਸ ਐਂਡ ਸਿਕਿਉਰਿਟੀ। ਆਰਟੀਕਲ 280 ਫਾਈਨੈਂਸ ਕਮਿਸ਼ਨ, ਇਹ ਵੀ ਆਇਆ ਹੈਗਾ PYQs 'ਚ। ਫਿਰ 108 ਜੁਆਇੰਟ ਸੀਟਿੰਗ ਆਫ ਬੋਥ ਹਾਊਸਿਜ਼ ਇਨ ਸਰਟਨ ਕੇਸਿਸ। ਠੀਕ ਹੈ, 110 ਡੈਫੀਨੇਸ਼ਨ ਆਫ ਮਨੀ ਬਿਲਸ। 112 ਐਨੂਅਲ ਫਾਈਨੈਂਸ਼ੀਅਲ ਬਜਟ ਔਰ ਸਟੇਟਮੈਂਟ, ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈਗੇ ਨੇ। 123 ਪਾਵਰ ਆਫ ਪ੍ਰੈਜ਼ੀਡੈਂਟ ਟੂ ਪ੍ਰੋਮਲਗੇਟ ਆਰਡੀਨੈਂਸਿਸ ਡਿਊਰਿੰਗ ਰਿਸੈਸ ਆਫ ਪਾਰਲੀਮੈਂਟ, ਇੱਥੇ ਬਸ ਚਿੱਤ ਰੱਖਣਾ ਆਰਡੀਨੈਂਸਿਸ ਵਾਲਾ ਵਾ। 124 ਐਸਟੈਬਲਿਸ਼ਮੈਂਟ ਐਂਡ ਕੌਂਸਟੀਟਿਊਸ਼ਨ ਆਫ ਸੁਪਰੀਮ ਕੋਰਟ, ਇਹ ਸੁਪਰੀਮ ਕੋਰਟ ਦੇ ਨਾਲ ਰਿਲੇਟਡ ਆ। 131 ਓਰੀਜਨਲ ਜੂਰਿਸਡਿਕਸ਼ਨ ਆਫ ਸੁਪਰੀਮ ਕੋਰਟ ਨਾਲ ਰਿਲੇਟਡ ਆ। 132 ਐਪੀਲੇਟ ਜੂਰਿਸਡਿਕਸ਼ਨ ਨਾਲ ਰਿਲੇਟਡ ਹੈਗਾ ਵਾ। 89th ਅਮੈਂਡਮੈਂਟ separated the National Commission for Scheduled Caste and National Commission for Scheduled Tribes, ਆਹ ਕਮਿਸ਼ਨ ਸੈਪਰੇਟ ਕਰਤੇ ਹੈਗੇ ਸੀ। Citizenship Amendment Act 2015 new category for the persons of Indian origin, overseas citizen of India card holder। ਠੀਕ ਹੈ, ਜਿਹੜੇ ਮਤਲਬ ਕਿ ਬਾਹਰ ਰਹਿੰਦੇ ਹੈਗੇ ਆ। 56th Amendment Act, ਗੋਆ ਨੂੰ ਸਟੇਟ ਬਣਾਤਾ ਸੀ। ਫਿਰ ਗਵਰਨਰ 152 ਡੈਫੀਨੇਸ਼ਨ ਆਫ ਸਟੇਟ ਦੀ ਗੱਲ ਕਰਦਾ, ਅਤੇ 153 ਗਵਰਨਰਸ ਆਫ ਸਟੇਟ ਦੀ ਗੱਲ ਕਰਦਾ ਹੈਗਾ। 213 ਵਿੱਚ ਕੀ ਆ, ਆਰਡੀਨੈਂਸ ਮੇਕਿੰਗ ਪਾਵਰ ਆਫ ਦਾ ਗਵਰਨਰ। ਆਪਾਂ ਪਹਿਲਾਂ ਆਰਡੀਨੈਂਸ ਮੇਕਿੰਗ ਪਾਵਰ ਆਫ ਪ੍ਰੈਜ਼ੀਡੈਂਟ ਵੀ ਕੀਤੀ ਹੈਗੀ ਹੈ ਨਾ 123 'ਚ, ਅਤੇ 213 'ਚ ਆ ਹੈਗਾ। 214 ਹਾਈ ਕੋਰਟਸ ਫॉर ਸਟੇਟਸ ਦੀ ਗੱਲ ਕਰਦਾ। ਹੁਣ 93rd ਅਮੈਂਡਮੈਂਟ ਹੈ ਨਾ, ਇਹ ਕਿਉਂ ਹੋਈ ਸੀ। 27% ਰਿਜ਼ਰਵੇਸ਼ਨ ਫॉर OBCs ਇਨ ਗਵਰਨਮੈਂਟ ਐਂਡ ਪ੍ਰਾਈਵੇਟ ਐਜੂਕੇਸ਼ਨਲ ਇੰਸਟੀਟਿਊਟਸ ਇਨ 2006। 99th ਰਿਪਲੇਸ ਦਾ ਕੋਲੇਜੀਅਮ ਸਿਸਟਮ ਆਫ ਅਪੋਇੰਟਿੰਗ ਜੱਜਿਸ ਟੂ ਦਾ ਸੁਪਰੀਮ ਕੋਰਟ ਐਂਡ ਹਾਈ ਕੋਰਟਸ ਵਿਦ ਦਾ ਨੈਸ਼ਨਲ ਜੁਡੀਸ਼ੀਅਲ ਅਪੋਇੰਟਮੈਂਟਸ ਕਮਿਸ਼ਨ। ਇਹਨਾਂ ਨੇ ਪਹਿਲਾ ਕੋਲੇਜੀਅਮ ਸਿਸਟਮ ਮਤਲਬ ਰਿਪਲੇਸ ਕਰਤਾ, ਦੂਸਰਾ ਲਿਆਂਦਾ ਨੈਸ਼ਨਲ ਜੁਡੀਸ਼ੀਅਲ ਅਪੋਇੰਟਮੈਂਟਸ ਕਮਿਸ਼ਨ। 99th ਅਮੈਂਡਮੈਂਟ 93rd 27% ਰਿਜ਼ਰਵੇਸ਼ਨ ਫॉर OBCs ਇਨ ਗਵਰਨਮੈਂਟ ਐਂਡ ਪ੍ਰਾਈਵੇਟ ਐਜੂਕੇਸ਼ਨਲ ਇੰਸਟੀਟਿਊਟਸ। ਫਿਰ 31st
ਅਮੈਂਡਮੈਂਟ 1973 ਨੰਬਰ ਆਫ ਲੋਕ ਸਭਾ ਇੰਕਰੀਜ਼ਡ ਕਰਤੀਆਂ 525 ਤੋਂ ਲੈ ਕੇ 545 ਕਰਤੀਆਂ ਸੀ ਉਦੋਂ। 7th ਅਮੈਂਡਮੈਂਟ ਅਪੋਇੰਟਮੈਂਟ ਆਫ ਦ ਸੇਮ ਪਰਸਨ ਐਜ਼ ਅ ਗਵਰਨਰ ਫॉर 2 or more states ਮਤਲਬ ਕਿ ਇੱਕ ਪਰਸਨ ਮਤਲਬ 2 ਜਾਂ 2 ਤੋਂ ਵੱਧ ਸਟੇਟ ਦਾ ਗਵਰਨਰ ਅਪੋਇੰਟ ਹੋ ਸਕਦਾ ਵਾ। 53rd ਵਿੱਚ ਮਿਜ਼ੋਰਮ ਨੂੰ ਸਟੇਟ ਬਣਾਇਆ ਸੀ। 26th ਅਮੈਂਡਮੈਂਟ ਐਕਟ 1971 ਅਬੋਲਿਸ਼ ਦ ਪ੍ਰਾਈਵੀ ਪਰਸਿਸ ਐਂਡ ਪ੍ਰਿਵਿਲੇजेस ਆਫ ਫੋਰਮਰ ਰੂਲਰਸ ਆਫ ਪ੍ਰਿੰਸਲੀ ਸਟੇਟਸ ਜਿਹੜੇ ਪਹਿਲੇ ਪ੍ਰਿਵਿਲੇਜ ਦਿੱਤੇ ਜਾਂਦੇ ਸੀ ਉਹ ਅਬੋਲਿਸ਼ ਕਰ ਦਿੱਤੇ ਗਏ। ਫਿਰ ਆਰਟੀਕਲ 243 ਡੈਫੀਨੇਸ਼ਨ ਆਫ ਪੰਚਾਇਤ ਬਹੁਤ ਜ਼ਿਆਦਾ ਇੰਪੋਰਟੈਂਟ। 243 ਇਹ ਗ੍ਰਾਮ ਸਭਾ ਬਾਰੇ ਦੱਸਦਾ। 243 ਵੀ ਕੌਨਸਟੀਟਿਊਸ਼ਨ ਆਫ ਪੰਚਾਇਤ ਬਾਰੇ ਦੱਸਦਾ। 243 P definitions of municipalities 243 give constitution of municipalities ਠੀਕ ਆ। ਫਿਰ ਇਲੈਕਸ਼ਨ ਬਾਰੇ ਕਿਹੜਾ ਹੈਗਾ 324 superintendence direction and control of elections to be vested in an election commission 330 reservation of seats for scheduled caste and scheduled tribes in the house of people ਮਤਲਬ ਕਿ ਰਿਜ਼ਰਵੇਸ਼ਨ ਦਿੱਤੀ ਜਾਣੀ ਚਾਹੀਦੀ ਆ ਸ਼ਡਿਊਲਡ ਕਾਸਟ ਅਤੇ ਸ਼ਡਿਊਲਡ ਟਰਾਈਬਸ ਨੂੰ ਠੀਕ ਹੈ। ਹੁਣ ਆਹ ਵੇਖੋ ਇੰਨੇ ਸਾਰੇ ਆਰਟੀਕਲਸ ਹੈਗੇ ਆਪਾਂ ਸਾਰੇ ਤਾਂ ਨਹੀਂ ਨਾ ਯਾਦ ਮਤਲਬ ਕਿ ਰੱਖ ਸਕਦੇ ਬਟ ਜੇ ਤੁਸੀਂ ਇੰਨੇ ਵੀ ਚੇਤਾ ਕਰ ਲਏ ਤੁਹਾਨੂੰ ਮਤਲਬ ਕਿ ਪੇਪਰ 'ਚ ਤੁਸੀਂ ਫੇਲ ਬਿਲਕੁਲ ਨਹੀਂ ਹੋਵੋਗੇ। ਤੁਸੀਂ ਰਿਲੇਟ ਕਰ ਸਕਦੇ ਹੈਗੇ ਹੋ ਹੈ ਨਾ। ਜਿੱਦਾਂ ਤੁਹਾਨੂੰ ਪਤਾ 243 ਅਤੇ ਜੇ ਉਹਨਾਂ ਨੇ ਪੁੱਛ ਲਿਆ ਮਤਲਬ ਕਿ 243 Z ਇੰਨਾ ਤਾਂ ਪਤਾ ਹੈਗਾ ਨਾ ਇਹ ਮਿਊਨੀਸਪੈਲਿਟੀਜ਼ ਦੇ ਨਾਲ ਰਿਲੇਟਡ ਹੈਗੇ ਆ ਹੈ ਨਾ। ਫਿਰ ਤਾਂ ਆਪਾਂ ਕਰ ਹੀ ਲੈਣਾ ਹੈਗਾ ਵਾ ਬਟ ਇੰਨਾ ਟਫ ਹੁੰਦਾ ਨਹੀਂ ਹੈਗਾ। ਜਿਹੜੇ ਮੈਂ ਮਾਰਕ ਕੀਤੇ ਆ ਇਹਨਾਂ ਵਿੱਚੋਂ ਹੀ ਆਏਗਾ। 330 ਇਹ ਰਿਜ਼ਰਵੇਸ਼ਨ ਦੀ ਗੱਲ ਕੀਤੀ ਹੈਗੀ ਆ। 338 ਨੈਸ਼ਨਲ ਕਮਿਸ਼ਨ ਫॉर ਸ਼ਡਿਊਲ ਕਾਸਟ 338 A ਫॉर ਸ਼ਡਿਊਲਡ ਟਰਾਈਬਸ ਅਤੇ B ਫॉर OBC ਬੈਕਵਰਡ ਕਲਾਸਿਸ ਠੀਕ ਹੈ। 341 ਸ਼ਡਿਊਲ ਕਾਸਟ ਦੀ ਗੱਲ ਕਰਦਾ। 342 ਸ਼ਡਿਊਲ ਟਰਾਈਬਸ ਦੀ ਗੱਲ ਕਰਦਾ ਹੈਗਾ ਵਾ। 342 ਇਹ ਸੋਸ਼ਲ ਐਂਡ ਐਜੂਕੇਸ਼ਨਲ ਬੈਕਵਰਡ ਕਲਾਸਿਸ ਇੱਥੇ ਕਮਿਸ਼ਨ ਡਿਸਕਸ ਹੋਇਆ ਇੱਥੇ ਉਹਨਾਂ ਬਾਰੇ ਡਿਸਕਸ ਕੀਤਾ ਗਿਆ ਵਾ। 343 ਆਫੀਸ਼ੀਅਲ ਲੈਂਗੁਏਜ ਆਫ ਦਾ ਯੂਨੀਅਨ ਕਿਹੜੀ ਹੈ ਸਾਡੀ ਹਿੰਦੀ। 352 ਐਮਰਜੈਂਸੀ ਨੈਸ਼ਨਲ ਐਮਰਜੈਂਸੀ ਬਾਰੇ ਗੱਲ ਕਰਦਾ ਵਾ। 356 ਪ੍ਰੋਵੀਜ਼ਨਸ ਇਨ ਕੇਸ ਆਫ ਫੇਲੀਅਰ ਆਫ ਕੌਂਸਟੀਟਿਊਸ਼ਨਲ ਮਸ਼ੀਨਰੀ ਇਨ ਸਟੇਟਸ ਪ੍ਰੈਜ਼ੀਡੈਂਟਸ ਰੂਲ ਦੀ ਗੱਲ ਕਰਦਾ। 358 suspension of provisions of article 19 during emergency 359 suspension of the enforcement of fundamental rights during emergency 359 है application of this part of to the state of Punjab repealed मतलब कि जो कोई भी मतलब कि जो एमरजेंसी लग गई साड़ी फंडामेंटल राइट्स की इन्फोर्समेंट वो सस्पेंड हो जाती। 360 फाइनैंशियल ਐਮਰਜੈਂਸੀ ਬਾਰੇ ਗੱਲ ਕਰਦਾ ਆ ਰਿਪੀਟ ਵਿੱਚ ਉਹਨਾਂ ਨੇ ਦੇਤਾ। 368 ਵੈਰੀ ਇੰਪੋਰਟੈਂਟ ਅਮੈਂਡਮੈਂਟ ਕੌਂਸਟੀਟਿਊਸ਼ਨ ਦੇ ਅਮੈਂਡਮੈਂਟ ਪ੍ਰੋਸੀਜਰ ਦੀ ਗੱਲ ਕਰਦਾ ਹੈਗਾ ਵਾ। ਹੁਣ ਆਹ ਆਪਾਂ ਕਰ ਲਏ ਹੁਣ ਜਿਹੜੇ ਮੈਂ ਇੱਥੇ PYQs ਲਿਖੇ ਸਾਈਡ 'ਤੇ ਉਹ ਦੇਖ ਲਓ। 56th ਅਮੈਂਡਮੈਂਟ ਐਕਟ ਵਿੱਚ ਗੋਆ ਬਣੀ ਸੀ ਸਟੇਟ। 7th ਐਕਸਟੈਂਸ਼ਨ ਆਫ ਯੂਰਿਸਡਿਕਸ਼ਨ ਆਫ ਹਾਈ ਕੋਰਟ ਟੂ ਯੂਨੀਅਨ ਟੈਰੀਟਰੀਜ਼। 88th ਨਿਊ ਸਬਜੈਕਟ ਇਨ ਦ ਯੂਨੀਅਨ ਲਿਸਟ ਐਡ ਕੀਤਾ ਗਿਆ ਸੀ 88 ਟੈਕਸਿਸ ਔਨ ਸਰਵਿਸਿਜ਼। In November 2022, the Supreme Court upheld the validity of the 103 Amendment Act 2019, providing 10% reservation to economically weaker section मतलब 10% reservation ਦਿੱਤੀ ਸੀ economically weaker sections ਨੂੰ। ਸਿੱਖਮ ਕਿਦੋਂ ਬਣੀ ਸਟੇਟ 36 ਅਮੈਂਡਮੈਂਟ ਦੇ ਨਾਲ। 42nd ਅਮੈਂਡਮੈਂਟ ਐਕਟ 1976 ਕਿਹਦੇ ਨਾਲ ਰਿਲੇਟਡ ਹੈ ਐਡਮਿਨਿਸਟ੍ਰੇਟਿਵ ਟ੍ਰਿਬਿਊਨਲਸ ਨਾਲ। ਸੋ ਇਹ ਸਾਡੇ ਸੀ ਮੇਨ ਆਰਟੀਕਲਸ ਠੀਕ ਹੈ। ਅਤੇ ਹੁਣ ਪਤਾ ਆਪਾਂ ਕੀ ਕਰਨਾ ਹੈਗਾ ਵਾ ਡਿਫਰੈਂਸ ਬਿਟਵੀਨ ਔਰਡਨਰੀ ਬਿੱਲ ਅਤੇ ਮਨੀ ਬਿੱਲ ਇਹ ਵੀ ਮੈਂ ਇਹੋ ਵੀਡੀਓ 'ਚ ਇੰਕਲੂਡ ਕਰ ਦੂੰਗੀ ਅਤੇ ਇਹ ਮਤਲਬ ਕਿ ਪੂਰੀ ਮਤਲਬ ਕਿ PDF ਨਾ ਟੈਲੀਗ੍ਰਾਮ 'ਤੇ ਪਾ ਦੂੰਗੀ। ਆਹ ਜਿਹੜੇ ਦੂਸਰੇ ਮੋਸ਼ਨਸ ਇਹ ਤੁਸੀਂ ਰੀਡ ਕਰਨੇ ਬਸ ਇੰਪੋਰਟੈਂਟ ਇਹ ਵਾਲਾ ਇਹ ਮੋਸਟਲੀ ਇਹ ਹੁੰਦਾ ਹੈਗਾ। ਔਰਡਨਰੀ ਬਿੱਲ ਇਟ ਕੈਨ ਬੀ ਇੰਟਰੋਡਿਊਸਡ ਈਦਰ ਇਨ ਦਾ ਲੋਕ ਸਭਾ ਔਰ ਦਾ ਰਾਜ ਸਭਾ ਬਟ ਜਿਹੜਾ ਮਨੀ ਬਿੱਲ ਉਹ ਹਮੇਸ਼ਾ ਹੀ ਲੋਕ ਸਭਾ ਵਿੱਚ ਇੰਟਰੋਡਿਊਸ ਕੀਤਾ ਜਾਂਦਾ ਵਾ। ਇਟ ਕੈਨ ਬੀ ਇੰਟਰੋਡਿਊਸਡ ਬਾਏ ਅ ਮਿਨਿਸਟਰ ਔਰ ਅ ਪ੍ਰਾਈਵੇਟ ਮੈਂਬਰ ਬਟ ਜਿਹੜਾ ਮਨੀ ਬਿੱਲ ਹੈ ਉਹ ਹਮੇਸ਼ਾ ਮਿਨਿਸਟਰ ਹੀ ਇੰਟਰੋਡਿਊਸ ਕਰਦਾ। ਇਟ ਕੈਨ ਬੀ ਇੰਟਰੋਡਿਊਸਡ ਵਿਦਾਊਟ ਦ ਰਿਕਮੈਂਡੇਸ਼ਨ ਬਟ ਇਹਦੇ ਲਈ ਰਿਕਮੈਂਡੇਸ਼ਨ ਚਾਹੀਦੀਆਂ ਨੇ। ਇਟ ਕੈਨ ਬੀ ਅਮੈਂਡਡ ਔਰ ਰਿਜੈਕਟਡ ਬਟ ਇਹ ਅਮੈਂਡ ਨਹੀਂ ਕਰ ਸਕਦੇ ਆਪਾਂ ਮਨੀ ਬਿੱਲ।
इट कैन बी डिटेन बाय द राज्य सभा फॉर मैक्सिमम, मतलब राज्य सभा किन्ने चिर वास्ते रख सकदी है, 6 मंथ, बट मनी बिल 14 दिन के अंदर अंदर बस उन्होंने वापस भेजना होंदा वा। इट डजन रिक्वायर द सर्टिफिकेशन ऑफ द स्पीकर, ये लिए मतलब कि स्पीकर की सर्टिफिकेशन नहीं, ਉਹਦੀ ਲੋੜ नहीं हैगी, बट इट रिक्वायर्स, ਇਹ मतलब ਪ੍ਰੈਜ਼ੀਡੈਂਟ ਦੇ ਸੈਂਡ ਵਾਸਤੇ मतलब ਉਦੋਂ ਹੀ ਸੈਂਡ ਕੀਤਾ ਜਾਂਦਾ ਜਦੋਂ मतलब दोनों हाउस अप्रूव कर ਦਿੰਦੇ ਆ, ठीक है। ਇਹ ਪ੍ਰੈਜ਼ੀਡੈਂਟ ਦੇ ਸੈਂਡ ਵਾਸਤੇ मतलब कि ਈਵਨ ਉਦੋਂ ਵੀ ਸੈਂਡ ਕਰ ਦਿੰਦੇ ਹੈਗੇ ਜਦੋਂ ਇਕੱਲੀ ਲੋਕ ਸਭਾ ਨੇ ਕਿਹਾ, मतलब ਰਾਜ ਸਭਾ ਨੂੰ 14 ਦਿਨ ਦੇ ਅੰਦਰ ਦੇਣਾ ਹੀ ਪੈਣਾ, ਭਾਵੇਂ ਉਹ ਅਪਰੂਵ ਕਰੇ ਜਾਂ ਨਾ ਕਰੇ, ਬਟ ਉਹਨਾਂ ਨੇ ਸੈਂਡ ਕਰ ਹੀ ਦੇਣਾ ਹੈਗਾ। इट्स डिफीट इन द लोक सभा में लीड टू रेजिग्नेशन ऑफ द गवर्नमेंट, मतलब कि ਇਹਦੇ ਨਾਲ मतलब कि गवर्नमेंट गवर्नमेंट की रेजिग्नेशन भी हो जाती है, बट इत्थे मे लिखा, बट इत्थे पक्का हैगा, ठीक है। इट कैन बी रिजैक्टेड अप्रूवड और रिटर्न फॉर रिकनसिडरेशन बाय द प्रेजिडेंट, मतलब इन्हूं रिजैक्ट कर सकते हैं, अप्रूव कर सकते हैं तो रिटर्न कर सकते हैं, ठीक है। बट इन्हों पर रिजैक्ट और अप्रूव तो कर सकते हैं, बट इन्हों पर रिटर्न नहीं कर सकते फॉर द रिकनसिडरेशन ऑफ बाय द प्रेजिडेंट, उन्हें करता तो करता, ठीक है। थैंक यू फॉर टुडे, होप सो तुहानूं आ समझ लगी होएगी तो इनू चंगी तरह रिवाइज कर लो। ये चीज़ हैगी आ, ये तो तुहानूं लर्न करने पैने है ना, कोई ये चीज़ नहीं हैगी कि ये मतलब तुहानूं रट्टा नहीं लाना पैना हैगा, लाना पैना, पर जो समझ के लाओगे ज़्यादा ईजी होएगा, लर्न तो करना ही पैना हैगा वा। तो ये नाल सारी पॉलिटी कंप्लीट हो गया, उस तो बाद आप स्टार्ट करांगे इंडियन इकोनॉमी दे इंपॉर्टेंट फैक्ट्स। थैंक यू।